ਜਿਹੜਾ ਆਪਣਾ ਪਿੱਛੇ ਅੱਜ ਦਾ ਟੌਪਿਕ ਹੈ ਉਹ ਹੈਗਾ ਬੈਲਿਸਟਿਕ ਪੈਂਡੂਲਮ। बैलिस्टिक पेंडुलम बैलिस्टिक पेंडुलम बच्चे हुंदा की है? It is a type of pendulum. It is a type of pendulum which is used to measure velocity of bullet fired from gun. ठीक है जी। सपोज एक रिजिड सपोर्ट है ਤੇ ਇਹਦੇ ਵਿੱਚ ਸਾਡੇ ਕੋਲੇ ਆ ਇੱਕ ਬੈਲਿਸਟਿਕ ਕੀ ਹੈ ਪੈਂਡੂਲਮ ਹੈ, ਜਿਹਦੇ ਵਿੱਚ ਇੱਕ ਇਸ ਤਰ੍ਹਾਂ ਤਰੀਕੇ ਦਾ ਇੱਕ ਬਲੌਕ ਲਟਕਿਆ ਹੁੰਦਾ ਹੈ। ਸਪੋਜ਼ ਇਸ ਬਲੌਕ ਦਾ ਜਿਹੜਾ ਮਾਸ m ਹੈ, ਠੀਕ ਹੈ ਜੀ, ਤੇ ਇਸ ਸਾਈਡ ਤੋਂ ਇੱਕ ਬੁਲਟ ਆ ਰਹੀ ਹੈ। ਇਹ ਹੈਗੀ ਇੱਕ ਬੁਲਟ, ਠੀਕ ਹੈ, ਜਿਹਦਾ ਮਾਸ ਹੈਗਾ m। बुलेट ये है जी ब्लॉक। ਜਿਹੜਾ ਬਜੇ ਬਲੌਕ ਹੈ ਉਹ ਐਟ ਰੈਸਟ ਹੈ, ਇਹ ਆਪਾਂ ਨੂੰ ਗਿਵਨ ਹੋਇਆ ਕਰੂਗਾ। ਬਲੌਕ ਕੀ ਹੈ? ਐਟ ਰੈਸਟ। ਤੇ ਜਿਹੜੀ ਇਹ ਬੁਲਟ ਹੈ ਇਹ ਕਿਸੇ ਵੈਲੋਸਿਟੀ ਦੇ ਨਾਲ ਜਾ ਰਹੀ ਹੈ ਜੀ, ਕਿਸੇ ਵੈਲੋਸਿਟੀ। ਸਪੋਜ਼ ਇਹਦੀ ਜਿਹੜੀ ਵੈਲੋਸਿਟੀ ਹੈ ਉਹ u1 ਹੈ, ਠੀਕ ਹੈ, ਤੇ ਇਹਦੀ u2 ਵੈਲੋਸਿਟੀ ਕੀ ਹੈ? 0। ਤਾਂ ਬੱਚੇ ਇਹ ਬਿਫੋਰ ਕੋਲਿਜ਼ਨ ਦਾ ਸੀਨ ਹੈ, ਬਿਫੋਰ ਕੋਲਿਜ਼ਨ। ਹੁਣ ਕੀ ਹੋਊਗਾ देखो, ਇਹ ਜਿਹੜੀ ਬੁਲਟ ਹੈ ਉਹ ਇਸ ਬਲੌਕ ਦੇ ਵਿੱਚੋਂ ਦੀ ਕੀ ਹੈ? ਪਾਸ ਕਰੂਗੀ। ਆਪਾਂ ਸੈਕਿੰਡ ਡਾਇਗਰਾਮ ਬਣਾਉਣੇ ਆ। ਇਹ ਕੀ ਹੋਗੀ? ਰਿजिड सपोर्ट होगी ਤੇ ਇਹ ਸਟ੍ਰਿੰਗ ਹੋਗੀ ਤੇ ਇੱਥੇ ਆਪਣੇ ਕੋਲੇ ਬਲੌਕ ਜਿਹਦਾ ਮਾਸ ਕੀ ਹੈ? m ਹੈ, ਠੀਕ ਹੈ ਜੀ। ਤੇ ਇਹਦੇ ਵਿੱਚੋਂ ਬੱਚੇ ਕੋਈ ਜਿਹੜੀ ਬੁਲਟ ਹੈ ਉਹ ਇਹਨੂੰ ਕ੍ਰਾਸ ਕਰਕੇ ਕੀ ਹੈ? ਬਾਹਰ ਆ ਗਈ, मतलब इमर्ज आउट होगी, ठीक है। यह बुलेट की है इमर्ज आउट फ्रॉम ब्लॉक। कई न्यूमेरिकल ਇਹੋ ਜਿਹੇ ਵੀ ਆਉਣਗੇ ਜਿਹਦੇ ਵਿੱਚ ਇਹ ਬੁਲਟ ਬਾਹਰ ਨਹੀਂ ਆਊਗੀ, ਇਸ ਬਲੌਕ ਦੇ ਅੰਦਰ ਹੀ ਰਹੂਗੀ। ਮੈਂ ਦੋਨੇ ਤਰੀਕੇ ਦੇ न्यूमेरिकल ਕਿਵੇਂ ਕਰਨੇ ਤੁਹਾਨੂੰ ਕਰਵਾਉਂਗਾ, ਠੀਕ ਹੈ ਜੀ। ਤੇ ਦੇਖੋ ਜਦੋਂ ਬੱਚੇ ਬੁਲਟ ਇਸ ਬਲੌਕ ਦੇ ਵਿੱਚੋਂ ਦੀ ਪਾਸ ਕਰੂਗੀ, दैट मीन्स अपनी कुछ काइनेटिक एनर्जी किहनूं दे दूगी? ब्लॉक। ਤਾਂ ਜਿਹਦੇ ਨਾਲ ਬੱਚੇ ਜਿਹੜੀ ਇਹਦੀ ਵੈਲੋਸਿਟੀ ਹੈ, ਵੈਲੋਸਿਟੀ ਚੇਂਜ ਹੋ ਜਾਊਗੀ। ਮੰਨ ਲਓ ਜਿਹੜੀ ਇਹਦੀ ਵੈਲੋਸਿਟੀ ਹੈ ਬੁਲਟ ਦੀ ਉਹ ਹੋਗੀ v1 ਤੇ ਹੁਣ ਇਸ ਬਲੌਕ ਕੋਲੇ ਵੀ ਕੀ ਆ ਜਾਊਗੀ? ਵੈਲੋਸਿਟੀ v2 ਆ ਜਾਊਗੀ। ਜਿਹੜੀ ਆ v1 ਹੈ ਬੱਚੇ ਗਿਵਨ ਹੁੰਦੀ ਹੈ, ਮਤਲਬ ਤੁਹਾਨੂੰ ਨਿਊਮੈਰੀਕਲ ਚ ਗਿਵਨ ਹੋ ਗਏ, ਠੀਕ ਹੈ। ਜਿਹੜੀ u1 ਹੈ ਇਹ ਅਸੀਂ ਫਾਈਂਡ ਕਰਨੀ ਹੁੰਦੀ ਹੈ, ठीक है। ਜਿਹੜੀ v2 है ਇਹ ਵੀ ਅਸੀਂ ਕੀ ਹੈ ਜਿਹੜੀ ਕਿ ਸਾਡੇ ਕੋਲ ਸਟੇਟਮੈਂਟ ਹੁੰਦੀ ਹੈ, ਜਿਹੜੀ ਸਾਡੇ ਕੋਲ ਕੰਡੀਸ਼ਨਸ ਹੁੰਦੀਆਂ ਨੇ ਉਹ ਤੋਂ ਅਸੀਂ ਕੀ ਹੈ ਫਾਈਂਡ ਕਰਨਾ ਹੈ। ਇਹਨੂੰ ਵੀ ਅਸੀਂ ਫਾਈਂਡ ਕਰ ਸਕਦੇ ਹਾਂ, ਇਹਨੂੰ ਵੀ ਅਸੀਂ ਫਾਈਂਡ ਕਰਨਾ ਹੁੰਦਾ ਹੈ, ठीक है जी। फिर उस तो बाद की होगा, ये हो गई जी आफ्टर कोलिजन। आफ्टर कोलिजन ਹੁਣ देखो ਅਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ, ਅਸੀਂ ਜਿਹੜੀ ਆ v2 ਹੈ ਨਾ, ਆ v2 ਫਾਈਂਡ ਕਰਨੀ ਹੁੰਦੀ ਹੈ। ਤੁਹਾਡੇ न्यूमेरिकल ਨੂੰ ਸੋਲਵ ਕਰਨ ਦਾ ਸਭ ਤੋਂ ਪਹਿਲਾ ਜਿਹੜਾ ਸਟੈਪ ਹੈ, ਸਟੈਪ ਨੰਬਰ 1, बिल्कुल देखो जो ਤੁਹਾਨੂੰ ਕੱਲ ਨੋਟਸ ਭੇਜੇ ਸੀ ਨਾ, ਮੈਂ ਖੁਦ ਹੀ ਬਣਾਏ ਹੋਏ ਨੇ, ਬਿਲਕੁਲ ਸਿੰਪਲ ਤੋਂ ਸਿੰਪਲ ਤਰੀਕੇ ਦੇ ਨਾਲ ਜਿਹੜੇ ਸਾਨੂੰ ਸਮਝ ਲੱਗ ਸਕਦੇ, ਮੈਂ ਉਵੇਂ ਹੀ ਬਣਾਏ ਹੋਏ ਨੇ। ਸਟੈਪ ਨੰਬਰ 1 ਕੀ ਹੈ? we have to find
velocity of block after collision। तो इनू फाइंड करने का तरीका की होगा, मतलब ਅਸੀਂ v2 बचे ਅਸੀਂ फाइंड कर रहे हैं पहला। इनू फाइंड करने का तरीका देखो की होगा। देखो मान लो जिवें आ पेंडुलम है, ਜਦੋਂ ਇਹਦੇ ਵਿੱਚ ਕੀ ਹੈ ਬੁਲਟ ਆ ਕੇ ਸਟ੍ਰਾਈਕ ਕਰੂਗੀ, ਬੁਲਟ ਨੇ ਇਹਨੂੰ ਕੁਛ ਨਾ ਕੁਛ ਵੈਲੋਸਿਟੀ ਦਿੱਤੀ, तो देखो ऊपर तो फिक्स है, ये पेंडुलम अपनी पोजीशन तो इस तरीके ਦੇ ਨਾਲ मूव करूगा। दैट मींस रेफरेंस लेवल तो देखो रेफरेंस लेवल ਤੇ ਇੱਥੇ ਸੀਗਾ, ठीक है, ਜਦੋਂ ਇਹ पेंडुलम इस तरीके ਨਾਲ मूव करूगा दैट मींस ਇਹ रेफरेंस लेवल ਤੋਂ ਉੱਪਰ ਆ ਜਾਊਗਾ। दैट मींस ਇਹਦੇ ਵਿੱਚ ਬੱਚੇ ਕੁਛ ਨਾ ਕੁਛ ਕੀ ਹੋ ਜੂਗੀ, स्टोर हो जूगी एनर्जी इन द फॉर्म ऑफ पोटेंशियल एनर्जी। देखो ध्यान ਨਾਲ समझो इस चीज ਨੂੰ, बुलेट ने ब्लॉक ਨੂੰ ਕੀ ਦਿੱਤੀ काइनेटिक एनर्जी, ਉਸ काइनेटिक एनर्जी करके ब्लॉक मूव ਕੀਤਾ, मूव ਕਰਨ ਤੋਂ ਬਾਅਦ ਉਹਦੇ ਕੋਲ એનર્ਜੀ ਸਟੋਰ ਹੋ ਜਾਂਦੀ ਹੈ ਇਨ ਦਾ ਫਾਰਮ ਆਫ ਪੋਟੈਂਸ਼ੀਅਲ એનર્ਜੀ। ਬਸ ਅਸੀਂ ਉਥੋਂ ਹੀ ਕੈਲਕੂਲੇਟ ਕਰ ਲਾਂਗੇ। ਸਪੋਜ਼ ਕਰੋ ਬੱਚੇ ਕਿ ਜਿਹੜੀ ਇਹ ਜਿਹੜਾ ਪੈਂਡੂਲਮ ਹੈ ਨਾ, ਉਹਦੀ ਜਿਹੜੀ ਲੈਂਥ ਹੈ ਉਹ L ਹੈ, ठीक है। लास्ट में ਤੁਹਾਡੇ ਕੋਲ ਇੱਕ ਸ਼ਾਰਟਕਟ ਆ ਜਾਊਗਾ, ਉਹ ਤੁਸੀਂ ਡਾਇਰੈਕਟ ਕੀ ਅਪਲਾਈ ਕਰ ਸਕਦੇ ਹੋ क्वेश्चन ਤੇ। अच्छा आफ्टर कोलिजन ਦਾ ਹੀ ਸੀਨ ਬਣਾ ਰਿਹਾ ਜੀ ਮੈਂ v2 ਨੂੰ ਫਾਈਂਡ ਕਰਨ ਵਾਸਤੇ। ਇਹ ਵੀ ਸੀਨ ਜਿਹੜਾ ਹੈ आफ्टर कोलिजन, देखो ਇਹ ਪੈਂਡੂਲਮ ਸੀਗਾ, मैंने डॉटेड च बनाना है, ऐसा मास m बच्चे आ ना अपनी साइड तो म्यूट लगा के रखा करो। जैस्मीन जी ਤੁਹਾਡੀ साइड तो बड़ी दिक्कत होती है। तो बच्चे ये देखो ये ਜਿਹੜਾ पेंडुलम है आज ਦਾ रेफरेंस लेवल हो गया जी, ठीक है। चलो ब्लॉक के बॉटम को ले लेते हैं, आज ਦਾ रेफरेंस लेवल हो गया, ठीक है जी। ਤੇ ਇਹ ब्लॉक ही है इस तरीके ਦੇ ਨਾਲ किसी एंगल थीटा ਤੇ मूव कर देगा, ठीक है जी। ਇਹਦੇ सेंटर तो कितनी हाइट ਤੇ आ गया, h हाइट ਤੇ आ गया। ਇਹ एंगल कितना है, ये एंगल है थीटा। आ सारी लेंथ कितनी है l, आ भी सारी लेंथ कितनी होगी l। अच्छा हुण तुसीं मैनूं ये दसो जदों ये ब्लॉक इस पोजीशन तो चलदा 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 इस h हाइट ते जाऊगा, इस जगह ते दी फाइनल वेलोसिटी कितनी होगी दस सकदे हो मैनूं? एक पेंडुलम अपनी इस मेन पोजीशन तो चलते 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 एक्सट्रीम पोजीशन ते जदों जाऊगा तो उसकी वेलोसिटी कितनी होगी एक्सट्रीम पोजीशन ते? बोलो बच्चे, बोलो यार, जे बोलो जिहड़ी चीज बोलना चाहिए ਉਹਦੇ ਵਿੱਚ ਬੋਲਿਆ ਕਰੋ। ਇੰਨੀ ਵਾਰ ਆਪਾਂ ਪੈਂਡੂਲਮ ਦਾ ਕੇਸ ਕੀਤਾਗਾ, ਮੇਨ ਪੋਜੀਸ਼ਨ ਤੋਂ ਤੁਸੀਂ ਉਹਨੂੰ ਵੈਲੋਸਿਟੀ ਦੇਤੀ, ਵੈਲੋਸਿਟੀ ਦੇ ਕੇ ਉਹ ਆਪਣੀ ਐਕਸਟ੍ਰੀਮ ਪੋਜੀਸ਼ਨ ਤੇ ਗਿਆ, एक्सट्रीम पोजीशन ते वेलोसिटी ऑफ पेंडुलम कितनी होएगी? बोलो बोलो, मैं कोई गल नहीं, बोलो। हाफ mv स्क्वायर नहीं बच्चे, वेलोसिटी जीरो हो जाएगी। देखो पेंडुलम दे विच की हुंदा हैगा कि आ साडा पेंडुलम है, ਇੱਥੇ ਅਸੀਂ ਜਦੋਂ ਇਸ ਪੈਂਡੂਲਮ ਨੂੰ ਕੋਈ ਫੋਰਸ ਲਗਾ ਦਈਏ ਤਾਂ ਇਹ ਪੈਂਡੂਲਮ ਕੀ ਇਸ ਪੋਜੀਸ਼ਨ ਤੇ ਜਾਊਗਾ। ਇੱਥੇ ਦੀ ਕੋਲ ਵੈਲੋਸਿਟੀ v ਹੁੰਦੀ ਹੈ, ਇੱਥੇ ਚੱਲਦੇ ਚੱਲਦੇ ਦੀ ਵੈਲੋਸਿਟੀ ਕੀ ਹੈ ਘਟਦੀ 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 ਕਿੰਨੀ ਹੋ ਜਾਂਦੀ ਹੈ, ਜ਼ੀਰੋ ਹੋ ਜਾਂਦੀ ਹੈ। ਤਾਂ ਹੀ ਤਾਂ ਉਹ ਪੈਂਡੂਲਮ ਵਾਪਸ ਆਉਂਦਾ ਹੈ। ਫਿਰ ਇਸ ਸਾਈਡ ਤੇ ਆਊਗਾ ਵੈਲੋਸਿਟੀ ਵਧੂਗੀ ਵਧੂਗੀ, ਇੱਥੇ ਫਿਰ ਕੀ ਹੈ ਮੈਕਸਿਮਮ। ਫਿਰ ਇਸ ਸਾਈਡ ਜਾਊਗਾ ਉਹਦੀ ਵੈਲੋਸਿਟੀ ਘਟਦੀ 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 ਆ ਕੀ ਇੱਥੇ ਜਾ ਕੇ ਕਿੰਨੀ ਹੋ ਜਾਊਗੀ ਜ਼ੀਰੋ। ਫਿਰ ਦੁਬਾਰਾ ਜਦੋਂ ਨੀਚੇ ਆਊਗਾ ਫਿਰ ਇਨਕਰੀਜ਼ ਹੋਊਗੀ। ਜਿਹੜੀ ਬੱਚੇ ਆਹ ਵਾਲੀ ਪੋਜੀਸ਼ਨ ਹੈ ਨਾ ਇਹਨੂੰ ਮੀਨ ਪੋਜੀਸ਼ਨ ਬੋਲਦੇ ਆ, ਮੀਨ ਪੋਜੀਸ਼ਨ। ਤੇ ਮੀਨ ਪੋਜੀਸ਼ਨ ਤੇ ਜਿਹੜੀ ਵੈਲੋਸਿਟੀ ਹੈ ਬੱਚੇ ਉਹ ਮੈਕਸਿਮਮ ਹੁੰਦੀ ਹੈ, ਮੈਕਸਿਮਮ। ਤੇ ਜਿਹੜੀ ਆਹ ਵਾਲੀ ਪੋਜੀਸ਼ਨ ਇਹਨੂੰ ਬੋਲਦੇ ਆ ਐਕਸਟ੍ਰੀਮ ਪੋਜੀਸ਼ਨ। एक्सट्रीम पोजीशन जिथे वेलोसिटी कितनी होंदी है जीरो, इनू भी ਅਸੀਂ ਕੀ ਬੋਲਦੇ ਆ ਐਕਸਟ੍ਰੀਮ ਪੋਜੀਸ਼ਨ।
सोच के देखो ना, जे एक्सट्रीम पोजीशन ਤੇ वेलोसिटी 0 ना ਹੋਵੇ ਤਾਂ ਪੈਂਡੂਲਮ ਤਾਂ ਹਮੇਸ਼ਾ ਹੀ ਉੱਪਰ ਜਾਈ ਜਾਊਗਾ। ਨਹੀਂ, ਇਦਾਂ ਥੋੜੀ ਹੁੰਦਾ ਹੈ। ਪੈਂਡੂਲਮ ਕੀ ਹੈ, ਆਪਣੀ ਮੇਨ ਪੋਜੀਸ਼ਨ ਤੋਂ ਐਕਸਟ੍ਰੀਮ ਪੋਜੀਸ਼ਨ ਜਾਂਦਾ ਹੈ, ਫਿਰ ਵਾਪਸ ਆਉਂਦਾ ਹੈ। ਵਾਪਸ ਕਿਉਂ ਆ ਰਿਹਾ ਹੈ? ਕਿਉਂਕਿ ਇੱਕ ਪੁਆਇੰਟ ਤੇ ਜਾ ਕੇ ਉਹਦੀ ਵੈਲੋਸਿਟੀ 0 ਆ ਰਹੀ ਹੈ, ਦੁਬਾਰਾ ਫਿਰ ਅਰਥ ਨੂੰ ਆਪਣੇ ਵੱਲ ਅਟਰੈਕਟ ਕਰ ਲੈਂਦੀ ਹੈ। ਜਦੋਂ ਅਰਥ ਆਪਣੇ ਵੱਲ ਅਟਰੈਕਟ ਕਰਦੀ ਹੈ ਤਾਂ ਉਹਨੂੰ ਐਕਸਲਰੇਟ ਕਰਾਉਂਦੀ ਹੈ, ਉਹਦੀ ਵੈਲੋਸਿਟੀ ਵੱਧ ਜਾਂਦੀ ਹੈ ਮੇਨ ਪੋਜੀਸ਼ਨ ਤੇ ਆ ਕੇ ਮੈਕਸਿਮਮ। ਫਿਰ ਜਦੋਂ ਇਨਰਸ਼ੀਆ ਕਰਕੇ ਉਹ ਅੱਗੇ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੀ ਵੈਲੋਸਿਟੀ ਘਟਦੀ ਜਾਂਦੀ ਹੈ, ਘਟਦੀ ਜਾਂਦੀ ਹੈ, ਘਟਦੀ ਜਾਂਦੀ ਹੈ, ਕਿਉਂਕਿ ਅਰਥ ਨੂੰ ਲਗਾਤਾਰ ਆਪਣੇ ਵੱਲ ਅਟਰੈਕਟ ਕਰਦੀ ਹੈ। ਠੀਕ ਹੈ, ਤਾਂ ਇਹ ਗੱਲਾਂ ਦਾ ਧਿਆਨ ਰੱਖਿਓ। ਤਾਂ ਦੇਖੋ ਹੁਣ ਸਾਨੂੰ ਕੀ ਪਤਾ ਲੱਗ ਗਿਆ ਕਿ ਇਹਦੇ ਇੱਥੇ ਕੀ ਹੈ, ਇਸ ਪੁਆਇੰਟ ਤੇ ਇਸ ਐਕਸਟ੍ਰੀਮ ਪੋਜੀਸ਼ਨ ਤੇ ਇਹਦੀ ਜਿਹੜੀ ਵੈਲੋਸਿਟੀ ਕਿੰਨੀ ਹੈ 0 ਹੈ, ਬਟ ਉਹ ਬਾਟਮ ਤੋਂ ਉਸ ਰੈਫਰੈਂਸ ਲੈਵਲ ਤੋਂ ਕਿੰਨੀ ਹਾਈਟ ਤੇ ਚਲ ਗਿਆ h। ਤਾਂ ਅਸੀਂ ਇਹ ਕਹਿ ਸਕਦੇ ਹਾਂ ਬੱਚੇ ਕਿ ਜਿੰਨੀ ਵੀ ਪੈਂਡੂਲਮ ਕੋਲੇ ਜਿਹੜੀ ਕਾਈਨੈਟਿਕ એનર્ਜੀ ਹੈ ਉਹ ਸਟੋਰ ਹੋ ਜਾਊਗੀ, stored in the form of potential energy। ਤਾਂ kinetic energy ਕੀ ਹੈ, ਹਾਫ ਮਾਸ ਕਿੰਨਾ ਹੈ कैपिटल M, वेलोसिटी ਕਿਹੜੀ ਹੈ ਦੀ v2 ਸਕੁਅਰ is equal to mass m g, ਹਾਈਟ ਕਿੰਨੀ ਹੈ h, m ਨਾਲ m ਕੈਨਸਲ ਹੋ ਗਿਆ, ਇਹਦਾ ਮਤਲਬ v2 ਸਕੁਅਰ is equal to ਕਿੰਨਾ ਆ ਗਿਆ ਬੱਚੇ 2gh। this is equation number 1। अच्छा ਹੁਣ h ਕਿੰਨੀ ਹੈ, ਅਸੀਂ h फाइंड करनी है। h देखो थोड़ा ध्यान ਨਾਲ फाइंड करो, मैं दोबारा ਇੱਥੇ डायग्राम बना ਦਿੰਦਾ। ਆ ਦੇਖੋ ਆ ਸਾਡੇ ਕੋਲੇ ਪੈਂਡੂਲਮ, ठीक है जी, मास m ਤੇ ਪੈਂਡੂਲਮ ਕੀ ਹੈ ਕਿਸੇ ਐਂਗਲ ਤੇ ਇਸ ਪੋਜੀਸ਼ਨ ਤੇ ਆ ਗਿਆ, ਆ ਐਂਗਲ ਕਿੰਨਾ ਹੈ ਥੀਟਾ, ਤੇ ਇਹ ਲੈਂਥ ਕਿੰਨੀ ਹੈ l। ठीक है, मतलब ਇਹਦੇ ਜੇ ਸੈਂਟਰ ਤੋਂ ਦੇਖੀਏ ਤਾਂ ਉਹ ਇੰਨੀ ਲੈਂਥ ਤੇ ਆ ਕੀ ਹੈ ਦੀ h ਹਾਈਟ। ਅਸੀਂ ਇਹ h फाइंड करनी है ਵੀ ਕਿੰਨੀ ਹੈ। ठीक है, ਤਾਂ ਇਹਦੇ ਵਾਸਤੇ ਬੱਚੇ ਦੇਖੋ ਜਿਹੜੀ ਆ ਸਾਡੇ ਕੋਲ ਸਾਰੀ ਲੈਂਥ ਕਿੰਨੀ ਹੈ, ਆ ਸਾਰੀ ਲੈਂਥ ਹੈਗੀ ਸਾਡੇ ਕੋਲ l, बट वी वांट टू दिस, मतलब a वाली ਜਿਹੜੀ ਇੱਥੋਂ ਆ ਵਾਲੀ ਹਾਈਟ ਸੈਂਟਰ ਟੂ ਸੈਂਟਰ ਹੋਗੀ ਨਾ, ਇਹਦੇ ਸੈਂਟਰ ਤੋਂ ਸੈਂਟਰ ਤੱਕ, ਤਾਂ ਅਸੀਂ ਉਹਦੇ ਵਿੱਚ ਕੀ ਕਰਾਂਗੇ, ਉਹਦੇ ਲਈ ਸਾਨੂੰ ਕੀ ਹੈ, ਇਹਨੂੰ ਕੋਈ ਮੰਨ ਲਓ ਪੁਆਇੰਟ o, ਇਹਨੂੰ ਮੰਨ ਲਓ ਕੋਈ a, ਠੀਕ ਹੈ ਜੀ, ਇਹਨੂੰ ਕੋਈ ਮੰਨ ਲਓ b, ਤਾਂ ਸਾਨੂੰ OA ਹਾਈਟ ਫਾਈਂਡ ਕਰਨੀ ਪੈਣੀ ਹੈ। ਤਾਂ ਤੁਹਾਨੂੰ ਕੀ ਹੈ, ਟ੍ਰਾਇੰਗਲ ਦੇ ਵਿੱਚ ਪਰਪੈਂਡੀਕੂਲਰ ਅਪੋਨ ਬੇਸ, ਤੁਹਾਨੂੰ ਪਤਾ ਵੀ ਕੀ ਹੁੰਦਾ ਹੈ ਸਾਈਨ ਹੁੰਦਾ ਹੈ, ਬੇਸ ਅਪੋਨ ਹਾਈਪੋਟੈਨਸ ਕੀ ਹੁੰਦਾ, ਉਹ ਸਾਰਾ ਕੁਝ ਲਗਾ ਦਿਓ ਇੱਥੇ। ਇੱਥੇ ਅਸੀਂ ਕੀ ਹੈ ਬੇਸ ਅਪੋਨ ਹਾਈਪੋਟੈਨਸ ਦੇਖੀਏ, ਬੇਸ ਹੈਗਾ OA अपॉन हाइपोटेन्यूस है L इज इक्वल टू की आ गया जी cos थीटा, ਇਹਦਾ ਮਤਲਬ ਬੱਚੇ OA ਕੀ ਆ ਗਿਆ, that is L cos थीटा। ਤੇ ਅਸੀਂ ਫਾਈਂਡ ਕੀ ਕਰਨਾ ਹੈ, ਅਸੀਂ ਫਾਈਂਡ ਕਰਨਾ ਹੈ AB, ਇਹਨੂੰ ਲਿਖ ਲਓ C। ठीक है, ਤਾਂ ਬੱਚੇ AC ਫਾਈਂਡ ਕਰਨਾ, ਅਸੀਂ ਆ ਡਿਸਟੈਂਸ h ਫਾਈਂਡ ਕਰਨਾ ਹੈ। ठीक है, ਇਹ ਸੈਂਟਰ ਟੂ ਸੈਂਟਰ ਦਾ ਡਿਸਟੈਂਸ ਹੈ ਤੱਕ, ਆ ਸੈਂਟਰ ਟੂ ਸੈਂਟਰ ਦਾ। ਠੀਕ ਹੈ, ਅਸੀਂ ਇਹ ਫਾਈਂਡ ਕਰਨਾ ਹੈ, ਤੇ ਇਹਦੇ ਲਈ ਅਸੀਂ ਕੀ ਕਰਾਂਗੇ, पूरी लेंथ L ਦੇ ਵਿੱਚੋਂ ਅਸੀਂ OA ਲੈਂਥ ਕੀ ਕਰ ਦਾਂਗੇ ਮਾਈਨਸ, ਤਾਂ ਬੱਚੇ h ਕਿੰਨਾ ਆਊਗਾ, ਪੂਰੀ ਲੈਂਥ ਦੇ ਵਿੱਚੋਂ ਅਸੀਂ OA ਡਿਸਟੈਂਸ ਕੀ ਕਰ ਦਾਂਗੇ ਮਾਈਨਸ, ਤਾਂ h ਇਜ਼ ਇਕੁਅਲ ਟੂ ਹੋ ਗਿਆ L1 ਮਾਈਨਸ cos ਥੀਟਾ। ਡਾਇਰੈਕਟ ਵੀ ਫਾਰਮੂਲਾ ਤੁਸੀਂ ਇਹ ਯਾਦ ਕਰ ਸਕਦੇ ਹੋ, ਕਾਫੀ ਵਾਰੀ ਨਿਊਮੈਰੀਕਲਸ ਯੂਜ਼ ਹੁੰਦਾ ਹੈ। ਤੇ ਹਾਈਟ ਕੱਢਣ ਦਾ ਫਾਰਮੂਲਾ ਜੀ, ਤੇ ਆਪਾਂ ਹਾਈਟ ਦਾ ਫਾਰਮੂਲਾ ਕੀ ਹੈ ਇੱਥੇ ਪੁੱਟ ਕਰ ਦੋ ਇਨ ਇਕੁਏਸ਼ਨ 1, ਪੁੱਟ ਇਨ 1, ਤਾਂ v2 ਦਾ ਸਕੁਅਰ ਇਜ਼ ਇਕੁਅਲ ਟੂ ਕਿੰਨਾ ਸੀ 2gh ਹੈ ਨਾ, h ਕਿੰਨੀ ਹੈ L into 1 minus cos थीटा, ਤਾਂ ਮਤਲਬ ਜੇ v2 ਕਿੰਨਾ ਆ ਗਿਆ, ਇਹ ਆ ਗਿਆ root of 2gl 1 minus cos थीटा। ਅਗਰ ਜਿੰਨੀ ਵੀ ਡੈਰੀਵੇਸ਼ਨ ਮੈਂ ਸੋਲਵ ਕਰਾਈ ਹੈ ਨਾ, ਇੱਕ ਵਾਰੀ ਕਰ ਲਈ, ਉਸ ਤੋਂ ਬਾਅਦ ਤੁਸੀਂ ਇਹ ਡਾਇਰੈਕਟ ਫਾਰਮੂਲਾ ਧਿਆਨ ਚ ਰੱਖਣਾ ਹੈ ਕਿ ਅਗਰ ਕੋਈ ਬੈਲਿਸਟਿਕ ਪੈਂਡੂਲਮ ਆਪਣੀ ਮੇਨ ਪੋਜੀਸ਼ਨ ਤੋਂ ਕਿਸੇ ਹਾਈਟ h ਤੇ ਜਾਊਗਾ, ਠੀਕ ਹੈ ਜੀ, ਤਾਂ ਤੁਹਾਨੂੰ ਉਹਦਾ ਐਂਗਲ ਗਿਵਨ ਹੋਊਗਾ ਜਾਂ ਐਂਗਲ ਤੁਸੀਂ ਫਾਈਂਡ ਕਰ ਲਿਓ। ਠੀਕ ਹੈ, ਇਸ ਫਾਰਮੂਲੇ ਦੇ ਅਕੋਰਡਿੰਗ ਤੁਸੀਂ ਉਹਦੀ ਕੀ ਫਾਈਂਡ ਕਰ ਲਓਗੇ ਵੈਲੋਸਿਟੀ। ਹੁਣ ਇੱਥੇ ਆਓ, ਦੇਖੋ ਸਟਾਰਟਿੰਗ ਵਾਲੇ ਕੇਸ u1 ਅਸੀਂ ਫਾਈਂਡ ਕਰਨੀ ਸੀ, ਅੱਛਾ ਜਿਹੜੀ v2 ਫਾਈਂਡ ਕਰਨੀ ਸੀ ਉਹ ਸਾਡਾ ਡਨ ਹੈ। ਇਹਦਾ ਮਤਲਬ ਸਾਡੇ ਕੋਲੇ ਆਫਟਰ ਕੋਲਿਜਨ ਦੇਖੋ ਦੋਨੇ ਵੈਲੋਸਿਟੀਜ਼ ਪਤਾ ਨੇ, ਤੇ ਇਨੀਸ਼ੀਅਲ ਦੇ ਵਿੱਚੋਂ ਸਾਨੂੰ ਇੱਕ ਵੈਲੋਸਿਟੀ ਪਤਾ ਹੈ। ਤਾਂ ਬੱਚੇ ਹੁਣ ਸਾਡੇ ਕੋਲ ਸਿੰਪਲ ਕੁਐਸਚਨ ਹੋ ਗਿਆ, ਅਸੀਂ ਕੀ ਲਗਾ ਦਾਂਗੇ ਇੱਥੇ law of conservation of momentum, बस according to law of conservation of momentum ਕੀ ਕਹਿੰਦਾ ਇਹ ਕਿ ਜਿਹੜਾ p ਇਨੀਸ਼ੀਅਲ ਹੈ ਉਹ ਇਕੁਅਲ ਟੂ ਕੀ ਹੋਊਗਾ p ਫਾਈਨਲ।
अच्छा P इनिशियल की सी, मास ऑफ बुलेट कितना सी m, इनिशियल वेलोसिटी ਉਹਦੀ ਕਿੰਨੀ ਸੀ u1 प्लस फिर मास ऑफ ब्लॉक इनिशियल वेलोसिटी कितनी सी 0 इक्वल टू फिर फाइनल वेलोसिटी सॉरी फाइनल मोमेंटम ਦੇ ਵਿੱਚ मास ऑफ बुलेट कितना सी m, ਉਹਦੀ वेलोसिटी कितनी सी u2 फिर प्लस मास ऑफ ब्लॉक वेलोसिटी कितनी आ गई v2। इसका मतलब ਕੀ होगा बच्चे m ऑफ u1 इज इक्वल टू m into u2 प्लस m। अच्छा v2 ਅਸੀਂ फाइंड करके आए कितना है 2g कितना सी है 2gl 1 माइनस cos थीटा दी पावर 1/2। ਇਹਦਾ मतलब बच्चे u1 कितना आ गया दैट इज m ਨਾਲ m ਇੱਥੇ ਕੀ ਹੈ ਕੱਟ ਦਿਓ। ਇਹਦਾ मतलब कितना आ गया u2 प्लस m upon m 2gl 1 माइनस cos थीटा दी पावर 1/2। सॉरी ਇੱਥੇ ਨਾ ਮੈਂ ਗਲਤੀ ਲਿਖ ਕਰ ਗਿਆ ਜੀ, ਇੱਥੇ v1 ਆਊਗਾ आफ्टर कोलिजन की दी वेलोसिटी सी v1 से v1 v1 v। this is the shortest formula to calculate numericals of ballistic problem। हाँ जी देखो अगर किसी ने कोई भी डाउट है तो पूछ सकते हो। हाँ जी बिल्कुल बिल्कुल वड्डी दे विचों ਅਸੀਂ छोटी लेंथ माइनस करनी है OC माइनस AC लिख सकते हैं। हाँ जी बिल्कुल OC माइनस AO। हाँ मैं दोबारा दस देना बिल्कुल मैं दोबारा वधिया डायग्राम बना देना। देखो H कैलकुलेट करनी सीख लो, H ਅਸੀਂ किवें कैलकुलेट करनी है मैं प्रॉपर वे दे विच एक पेंडुलम बना देना, ये बहुत जरूरी है। देखो आ पेंडुलम है जी, एक रिजिड सपोर्ट होगी ये पेंडुलम दी ते आ पेंडुलम दे विच की इत्थे एक ब्लॉक लटकाया हुआ है, ठीक है। ते आ हो गया जी दा रेफरेंस लेवल। ਜਿਹੜੀ ਗ੍ਰੈਵਿਟੇਸ਼ਨਲ पोटेंशियल एनर्जी ਅਸੀਂ ਹਮੇਸ਼ਾ ਰੈਫਰੈਂਸ ਲੈਵਲ ਤੋਂ ਕੀ ਹੈ ਕੰਸੀਡਰ ਕਰਦੇ ਹਾਂ ਤੇ ਰੈਫਰੈਂਸ ਲੈਵਲ ਨਾਲ ਅਸੀਂ ਇਹਦੇ ਕੀ ਹੈ ਮਿਡ ਪੁਆਇੰਟ ਤੋਂ ਲੈ ਕੇ ਚੱਲਦੇ ਹਾਂ, ਠੀਕ ਹੈ। ਸੈਂਟਰ ਟੂ ਸੈਂਟਰ ਦਾ ਅਸੀਂ ਡਿਸਟੈਂਸ ਲੈਣਾ ਹੁੰਦਾ ਹੈ, ठीक है। हाँ वो भी दस देना कोई गल, बट एक बार आ भी क्लीयर कर दिए भी जरूरी है। अच्छा फिर जो पेंडुलम की मूव होगा अपनी एक्सट्रीम पोजीशन ते जाऊगा तो ओदी जिहड़ी हाइट है कुछ इदा ਅਸੀਂ बच्चे ਇਹਦੇ ਸੈਂਟਰ ਤੋਂ ਇਸ ਦੇ ਸੈਂਟਰ ਤੱਕ ਅਸੀਂ ਇਹ कहने भी h ਹਾਈਟ ਤੇ ਕੀ ਹੈ पेंडुलम ਗਿਆ तो डेफिनेटली वो सेंटर तो कुछ ना कुछ एंगल बनाऊगा थीटा ते जिहड़ी ਇਹਦੀ लेंथ है बच्चे इस पेंडुलम दी वो लेंथ हैगी L, वो लेंथ हैगी L, ठीक है जी। ते यही लेंथ ਅਸੀਂ ਇੱਥੋਂ भी दिखा सकते हैं, आ भी सारी लेंथ कितनी है ये भी हैगी L, ठीक है। इन्हों नाम तुसी O, ठीक है जी, इन नाम दे दो कोई A, इन नाम दे दो कोई B, ठीक है जी। ते इत्थों ਅਸੀਂ ਇੱਕ ਕੀ है परपेंडिकुलर ड्रॉ कर लो लाइक दिस, क्या h हाइट है ना आ पॉइंट लिख लो कोई इनू पहला मैं की लिखा जी आप ਉਹਦੇ अकॉर्डिंग नाम रख लेने हां ਉਹਨੂੰ A लिखा सी इनू C लिखा सी ना ਤੇ मैं करो इनू A कह दो इनू C कह दो आ पॉइंट। तो बच्चे देखो ਆਪਾਂ ਨੂੰ पता ਜਿਹੜਾ OC है वो L है बट ਅਸੀਂ फाइंड की करना है H फाइंड करना है। जो मैं ਤੁਹਾਨੂੰ कहा इन ट्रायंगल AOB इस ट्रायंगल ਦੇ ਵਿੱਚ देखो A की है A हैगा बेस A हैगा परपेंडिकुलर A हैगा हाइपोटेन्यूस तो बेस अपॉन हाइपोटेन्यूस इज इक्वल टू होगा cos थीटा। ਇਹਦਾ मतलब हाइपोटेन्यूस की आएगा जी L cos थीटा। ਇਹਦਾ मतलब बच्चे ਜਿਹੜਾ AO है ना AO ਉਹਦੀ वैल्यू कितनी है
ਜਾਂ ओ ए ਦੀ ਜਿਹੜੀ ਵੈਲਿਊ ਹੈ ਇਹ ਵਾਲੀ ਇਹ ਹੈਗੀ L cos थीटा L cos थीटा ਅਸੀਂ फाइंड करनी है सिर्फ आ वाली हाइट h ठीक है ਇਹਨੂੰ ਚਾਹੇ ਤੁਸੀਂ ਇੱਥੇ ਘੁਮਾ ਲਓ ਰੈਫਰੈਂਸ ਲੈਵਲ ਦੀ ਮੰਨਦੇ ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਠੀਕ ਹੈ ਤਾਂ ਇਸ ਲਈ ਅਸੀਂ ਕੀ ਕਰਾਂਗੇ ਬੱਚੇ ਦੇਖੋ ਅਸੀਂ h फाइंड करनी है ना ਆ ਸਾਰੀ ਲੈਂਥ L ਦੇ ਵਿੱਚੋਂ ਜੇ ਮੈਂ L cos थीटा माइनस करदा ਤਾਂ ਮੇਰੇ ਕੋਲੇ ਕੀ ਆ ਜੂ h ਬਸ ਆਹੀ ਕੰਮ ਮੈਂ ਕੀਤਾ is it clear to all Yes. सर एल गिवन होगा Yes, sir. ਤੇ ਸ਼ੁਕਰਮਨ ਕੀ ਕਹਿੰਦਾ ਸੀ ਤੂੰ ਸ਼ੁਕਰਮਨ ਨੇ ਕੀ ਕਿਹਾ ਸੀ i ਗਿਵਨ ਹੋਗਾ i ਕਿਹੜਾ एल सर एल l हाँ हाँ बिल्कुल बच्चे बिल्कुल गिवन होगा l गिवन होगी ठीक है इवन के ਤੁਹਾਨੂੰ ਥੀਟਾ ਵੀ ਗਿਵਨ ਹੋਗਾ ਮੈਂ ਕੁਐਸਚਨ ਦੇ ਰਿਹਾ ਹੁਣ ਇਹਦੇ ਨਾਲ ਦਾ ਤੁਹਾਨੂੰ ਜਿਹੜੇ ਕੱਲ ਐਗਜ਼ਾਮਪਲਸ ਭੇਜੇ ਨਾ ਉਹਦੇ ਵਿੱਚ ਕੀ ਸਭ ਕੁਝ ਮੈਂ ਉਹੀ ਚੀਜ਼ ਕੀ ਹੈ ਕਰਕੇ ਭੇਜੀ ਹੋਈ ਹੈ ਕਲੀਅਰ ਹੈ ਬੱਚੇ ਸਾਰਿਆਂ ਨੂੰ ਕਨਸੈਪਟ ਹੈ ਹੋਰ ਕੀ ਕਹਿੰਦਾ ਸੀ ਤੇ ਆ ਕੰਜ਼ਰਵੇਸ਼ਨ ਆਫ ਮੋਮੈਂਟਮ ਵਾਲਾ कंजर्वेशन ऑफ मोमेंटम ਦਾ ਬੱਚੇ ਇਹੀ ਹੈ p ਇਨੀਸ਼ੀਅਲ ਇਜ਼ ਇਕੁਅਲ ਟੂ p ਫਾਈਨਲ ਤੇ ਉਹ ਇਨੀਸ਼ੀਅਲ ਕੀ ਕਿਹਾ ਸੀ ਜਿਹੜੀ ਬੁਲਟ ਹੈ ਆ ਜਿਹੜੀ ਬੁਲਟ ਹੈ ਜਿਹਦਾ ਮਾਸ ਕੀ ਹੈ m ਇਹਦੀ ਇਨੀਸ਼ੀਅਲ ਵੈਲੋਸਿਟੀ ਕਿੰਨੀ ਸੀ u1 ਤਾਂ ਮੈਂ ਲਿਖਦਾ m u1 ਠੀਕ ਹੈ ਜਿਹੜਾ ਬਲੌਕ ਸੀਗਾ ਜਿਹੜਾ ਪੈਂਡੂਲਮ ਨਾਲ ਅਟੈਚ ਹੈ ਉਹਦਾ ਮਾਸ m ਸੀ ਤੇ ਇਹਦੀ ਇਨੀਸ਼ੀਅਲ ਵੈਲੋਸਿਟੀ ਕਿੰਨੀ ਸੀ 0 ਤਾਂ ਮੈਂ ਲਿਖਦਾ ਉਹਦਾ ਮਾਸ m ਉਹਦੀ ਇਨੀਸ਼ੀਅਲ ਵੈਲੋਸਿਟੀ 0 ਫਿਰ ਕੋਲਿਜਨ ਤੋਂ ਬਾਅਦ ਕੀ ਹੋਇਆ ਕੋਲਿਜਨ ਤੋਂ ਬਾਅਦ ਸੀਗਾ ਕਿ ਜਿਹੜਾ ਪੈਂਡੂਲਮ ਕੋਲੇ ਵੀ ਵੈਲੋਸਿਟੀ ਆ ਗਈ v2 ਤੇ ਜਿਹੜੀ ਬੁਲਟ ਸੀਗੀ ਉਹਦੇ ਕੋਲੇ ਵੀ ਵੈਲੋਸਿਟੀ ਸੀ ਉਹਦੀ ਵੈਲੋਸਿਟੀ ਚੇਂਜ ਹੋ ਗਈ ਕਿੰਨੀ ਹੋ ਗਈ v1 ਤਾਂ ਮੈਂ ਮਾਸ ਆਫ ਬੁਲਟ ਲਿਖਿਆ ਵੈਲੋਸਿਟੀ ਲਿਖੀ v1 ਫਿਰ ਮਾਸ ਆਫ ਬਲੌਕ ਲਿਖਿਆ ਵੈਲੋਸਿਟੀ ਲਿਖੀ v2 ਠੀਕ ਹੈ ਜੀ ਇਹਨੂੰ ਸੋਲਵ ਕਰਤਾ ਆਪਣੇ ਕੋਲੇ ਆ ਬਣ ਗਿਆ ਚਲੋ ਜੀ ਇਹਦੇ ਨਾਲ ਹੀ ਇੱਕ ਮਿਲਦਾ ਜੁਲਦਾ ਕਨਸੈਪਟ ਇੱਕ ਹੋਰ ਹੈ ਹੁਣ ਦੇਖੋ ਤੁਹਾਨੂੰ ਇਹਦੇ ਕੁਐਸਚਨ ਵਿੱਚ ਵੱਧ ਤੋਂ ਵੱਧ ਪਤਾ ਕੀ ਕਹਿ ਸਕਦੇ ਆ ਤੁਹਾਨੂੰ ਕੀ ਕਹਿਣਗੇ ਵੀ ਜਿਹੜੀ ਬੁਲਟ ਹੈ ਨਾ ਉਹ ਪੈਂਡੂਲਮ ਦੇ ਵਿੱਚੋਂ ਜਿਹੜੇ ਪੈਂਡੂਲਮ ਦਾ ਬਲੌਕ ਆ ਉਹਦੇ ਵਿੱਚੋਂ ਇਮਰਜ ਆਊਟ ਨਹੀਂ ਹੋਈ ਹੈਗੀ ਬਸ ਬਾਤ ਤੋਂ ਤੁਹਾਨੂੰ ਇੰਨਾ ਕਹਿ ਸਕਦੇ ਆ ਦੈਟ ਮੀਨਸ ਉਹ ਇਨ ਇਲਾਸਟਿਕ ਕੋਲਿਜਨ ਦਾ ਕੀ ਹੈ ਨੂਮੈਰੀਕਲ ਹੋਊਗਾ ਅੱਜ ਤੁਹਾਨੂੰ ਪਤਾ ਹੀ ਕਹਿਣਗੇ ਕਿ ਜਿਵੇਂ ਆ ਇੱਕ ਰਿਜਿਡ ਸਪੋਰਟ ਹੈ ਜੀ ਆ ਇੱਕ ਪੈਂਡੂਲਮ ਹੈ ਠੀਕ ਹੈ ਤੁਹਾਨੂੰ ਕਹਿਣਗੇ ਵੀ ਇੱਥੋਂ ਇੱਕ ਬੁਲਟ ਆਈ ਵੈਲੋਸਿਟੀ u1 ਮਾਸ ਕਿੰਨਾ m ਇਹ ਐਟ ਰੈਸਟ ਹੈ मतलब ਇਹਦੀ ਜਿਹੜੀ ਵੈਲੋਸਿਟੀ ਉਹ 0 ਹੈ ਅੱਛਾ ਫਿਰ ਇਹ ਹੈਗਾ ਬਿਫੋਰ ਕੋਲਿਜਨ ਤੇ ਆਫਟਰ ਕੋਲਿਜਨ ਤੁਹਾਨੂੰ ਪਤਾ ਕੀ ਕਹਿਣਗੇ ਆਫਟਰ ਕੋਲਿਜਨ ਤੁਹਾਨੂੰ ਕਹਿਣਗੇ ਕਿ ਜਿਹੜੀ ਇਹ ਬੁਲਟ ਹੈ ਨਾ ਇਹ ਇਹਦੇ ਵਿੱਚ ਇੰਬੈਂਡਡ ਹੋ ਗਈ ਮਤਲਬ ਇਹਦੇ ਵਿੱਚ ਧਸ ਗਈ ਐਦਾਂ ਬਾਹਰ ਨਿਕਲੀ ਹੈਗੀ ਇੰਬੈਂਡਡ ਮਤਲਬ ਧਸ ਜਾਣਾ ਤਾਂ ਬੱਚੇ ਹੁਣ ਕੰਪਲੀਟ ਸਿਸਟਮ ਹੈ ਜਿਹੜਾ ਇਹ ਆ ਜਿਹੜਾ ਕੰਪਲੀਟ ਸਿਸਟਮ ਹੈ ਇਹਦਾ ਮਾਸ ਕਿੰਨਾ ਹੋ ਗਿਆ ਇੱਕ ਤਾਂ m ਮਾਸ ਬੁਲਟ ਦਾ सॉरी ब्लॉक ਦਾ ਤੇ m ਮਾਸ ਕਿਹਦਾ ਬੁਲਟ ਦਾ ਠੀਕ ਹੈ ਜੀ ਤਾਂ ਟੋਟਲ ਮਾਸ ਹੋ ਗਿਆ ਅੱਛਾ ਇਹਨਾਂ ਦੀ ਇੱਕ ਕੀ ਹੋ ਜੂਗੀ ਵੈਲੋਸਿਟੀ ਹੋ ਜੂਗੀ ਬਸ ਫਿਰ ਤੁਸੀਂ ਕੀ ਕਰੋਗੇ ਇਹ ਬਲੌਕ ਜਦੋਂ ਕੀ ਹੈ ਇਹ ਬੁਲਟ ਇਹਦੇ ਵਿੱਚ ਜਾ ਕੇ ਹਿੱਟ ਕਰੂਗੀ ਬਾਹਰ ਨਿਕਲੀ ਦੈਟ ਮੀਨਸ ਇਹਨੇ ਆਪਣੀ ਸਾਰੀ એનર્ਜੀ ਕਿਹਨੂੰ ਦੇਤੀ ਇਸ ਬਲੌਕ ਨੂੰ ਦੇਤੀ ਇਹ ਬਲੌਕ ਫਿਰ ਕੀ ਹੈ ਕਿਸੇ h ਹਾਈਟ ਤੇ ਜਾਊਗਾ ਦੁਬਾਰਾ ਫਿਰ ਠੀਕ ਹੈ ਇੱਥੇ ਜਾ ਕੇ ਦੀ ਵੈਲੋਸਿਟੀ ਕਿੰਨੀ ਹੋਊਗੀ 0 ਇਸ ਰੈਫਰੈਂਸ ਲੈਵਲ ਤੋਂ ਹਾਈਟ ਕਿੰਨੀ ਹੋਗੀ h ਤਾਂ ਬੱਚੇ ਤੁਸੀਂ ਜਿਹੜਾ v2 ਲਿਖਦੇ ਸੀ ਨਾ ਹੁਣ v ਲਿਖੋਗੇ v ਦੀ ਵੈਲਿਊ ਤੁਹਾਨੂੰ ਪਤਾ ਹੋਗੀ 2gl 1 cos θ ਬਸ ਇੱਥੇ ਤੁਹਾਡੇ ਕੋਲ ਵੈਲੋਸਿਟੀ ਆ ਜੂਗੀ ਦੀ ਇਹ ਠੀਕ ਹੈ ਇਹਦੇ ਵਿੱਚ ਇਨੀਸ਼ੀਅਲ ਵੈਲੋਸਿਟੀ ਤੁਹਾਨੂੰ ਆ ਪਤਾ ਹੈ ਕਿ ਕਿੰਨੀ ਹੈ 0 ਬਸ ਲਾਅ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ ਲਾਉਂਗੇ ਇਨੀਸ਼ੀਅਲ ਮੋਮੈਂਟਮ mu1 0 ਇੱਥੇ ਕੀ ਆ ਜਾਊਗਾ ਹੁਣ m m v v ਦੀ ਵੈਲਿਊ ਤੁਹਾਡੇ ਕੋਲੇ ਹੋਗੀ ਪੁੱਟ ਕਰ ਦੋਗੇ u1 ਇੱਥੋਂ ਕੀ ਕਰ ਲਓਗੇ ਕੈਲਕੂਲੇਟ ਕਰ ਲਓ ਬਸ ਇੰਨਾ ਹੀ ਫਰਕ ਹੋਊਗਾ ਇਸ ਤੋਂ ਜ਼ਿਆਦਾ ਹੋਰ ਕੋਈ ਫਰਕ ਨਹੀਂ ਹੋ ਸਕਦਾ ਅੱਛਾ ਇੱਕ ਇਹਦੇ ਨਾਲ ਹੀ ਮਿਲਦਾ ਜੁਲਦਾ ਕਨਸੈਪਟ ਹੈਗਾ ਕਈ ਵਾਰ ਨਾ ਤੁਹਾਨੂੰ ਪੈਂਡੂਲਮ ਨਹੀਂ ਕਹਿਣਗੇ ਤੁਹਾਨੂੰ ਕਹਿਣਗੇ ਵੀ ਇੱਕ ਤੁਹਾਡੇ ਕੋਲੇ ਸਰਫੇਸ ਹੈ ਇੱਕ ਰਫ ਸਰਫੇਸ ਹੈ ਇੱਕ ਰਫ ਸਰਫੇਸ ਹੈ इस रफ सरफेस ते एक ब्लॉक पे जिहदा मास m है अच्छा इहदी जिहड़ी इनिशियल वेलोसिटी है
वो रेस्ट 0 है, मतलब रेस्ट पे है, ठीक है, एट रेस्ट। अच्छा फिर तुहानू कहेंगे भी एक बुलेट आई जिहदा मास m ते जिहदी इनिशियल वेलोसिटी कितनी है u है। ਇਹ ਇਹਨੂੰ ਜਾ ਕੇ ਹਿੱਟ ਕੀਤੀ, मतलब ਇਹ ਬਿਫੋਰ ਕੋਲਿਜਨ ਦਾ ਸੀਨ ਹੈ। अच्छा हिट ਕਰਨ ਤੋਂ ਬਾਅਦ ਜਿਹੜਾ ਇਹ ਬਲੌਕ ਹੈ, ਇਹ ਬਲੌਕ ਆਪਣੀ ਇਸ ਪੋਜੀਸ਼ਨ ਤੋਂ ਚੱਲ ਕੇ ਇਸ ਪੋਜੀਸ਼ਨ ਤੇ ਪਹੁੰਚ ਗਿਆ, ਠੀਕ ਹੈ। ਤੇ ਇੱਥੇ ਹੋਇਆ ਵੀ ਕੀ ਕਿ ਜਦੋਂ ਇਹ ਬੁਲਟ ਇਹਦੇ ਵਿੱਚ ਆ ਕੇ ਹਿੱਟ ਕੀਤੀ ਤਾਂ ਇਹਨੂੰ ਹਿੱਟ ਕਰਨ ਤੋਂ ਬਾਅਦ ਕੀ ਹੈ, ਕਿਸੇ ਵੈਲੋਸਿਟੀ ਦੇ ਨਾਲ बाहर आ गई, इम्बेडेड इमर्ज आउट फ्रॉम द ब्लॉक, ठीक है। सेम केस ही है, ਇਹਦਾ मास m, सपोज ਇਹਦੀ वेलोसिटी होगी v1 ਤੇ ਜਿਹੜਾ ਉਹ ਡੱਬਾ ਹੈ ਨਾ ਬਲੌਕ ਹੈ ਉਹਨੂੰ ਵੀ ਕੀ ਦੇਗੀ, वेलोसिटी ਦੇਗੀ ਕਿੰਨੀ, ਮੰਨ ਲਓ v2। ਫਿਰ ਨਾਲ ਕੰਡੀਸ਼ਨ ਇਹ ਦੇਣਗੇ ਕਿ ਸਰਫੇਸ ਤੁਹਾਡੇ ਕੋਲ ਰਫ ਹੈ, ਜਦੋਂ ਰਫ ਸਰਫੇਸ ਹੈ ਬੱਚੇ ਇਹਦਾ ਮਤਲਬ ਕੀ ਪ੍ਰੋਵਾਈਡ ਕਰੂਗਾ, ਫ੍ਰਿਕਸ਼ਨ। ਤਾਂ ਕਹਿੰਦੇ ਤੁਹਾਨੂੰ ਕੁਝ ਡਿਸਟੈਂਸ d ਟਰੈਵਲ ਕਰਨ ਤੋਂ ਬਾਅਦ ਨਾ ਜਿਹੜਾ ਬਲੌਕ ਹੈ ਰੁਕ ਜਾਂਦਾ ਹੈ, ਬਸ। मतलब फाइनल वेलोसिटी ਜਿਹੜੀ ਡੱਬੇ ਦੀ ਹੈ ਉਹ ਕਿੰਨੀ ਹੈ, 0 ਹੈ। ਹੁਣ ਦੇਖੋ ਬੱਚੇ ਤੁਹਾਨੂੰ ਪਤਾ ਹੈ ਵੀ ਜਦੋਂ ਬਲੌਕ ਇਸ ਸਾਈਡ ਮੂਵ ਕਰ ਰਿਹਾ ਹੈ ਤਾਂ ਇਹਦੇ ਆਪੋਜ਼ਿਟ ਸਾਈਡ ਕੀ ਲੱਗੂਗੀ, ਫ੍ਰਿਕਸ਼ਨ, ਕਿਉਂਕਿ ਸਰਫੇਸ ਕੀ ਹੈ, ਸਰਫੇਸ ਕੀ ਹੈ, ਸਰਫੇਸ ਹੈਗਾ ਫ੍ਰਿਕਸ਼ਨ ਵਾਲਾ FK। ਤੇ F ਕਿਉਂ ਲਿਖਿਆ ਹੈ, ਕਿਉਂਕਿ ਬਲੌਕ ਮੂਵ ਕਰ ਰਿਹਾ मतलब ਕਾਈਨੈਟਿਕ ਫ੍ਰਿਕਸ਼ਨ। ਅੱਛਾ ਇਹ ਕੀ ਹੁੰਦੀ ਹੈ, ਇਹ ਹੁੰਦੀ ਹੈ μ kmg। अगर तुहानू मास गिवन होगा, जी तुहानू पता हुंदा है, अच्छा म्यू के भी इस न्यूमेरिकल तुहानू गिवन होगा। तो एक चीज सोचो, जो हुण ब्लॉक देखो, ब्लॉक v2 वेलोसिटी दे दी बुलेट ने, उस तो बाद जो मूव कर रहा है फ्रिक्शन करके जिहड़ा ओहदा मोशन है लगातार रिटार्ड हो रहा है, मतलब ओहदी वेलोसिटी घटदी जाऊगी, फाइनली कितनी होगी, 0। मतलब इस d डिस्टेंस दे विच ओहदे विच की पैदा होगी, एक रिटार्डेशन। वो रिटार्डेशन किवें फाइंड करोगे, देखो अपन को पता रिटार्डेशन किहदे करके हो रही है, काइनेटिक फ्रिक्शन करके, इज इक्वल टू m में माइनस लगा दो रिटार्डेशन दी। अच्छा काइनेटिक फ्रिक्शन दी वैल्यू की है, म्यू के mg इज इक्वल टू, अच्छा किते लग रही है, कैपिटल M ते लग रही है ना, m into a, m नाल m कैंसिल हो गया, ठीक है। तो एक्सेलरेशन इज इक्वल टू क्या आ गया, माइनस ऑफ म्यू के g। अच्छा तुसीं कहोगे सर एक्सेलरेशन फाइंड करके की करांगे, बहुत कुछ करना ਆਪਾਂ वेलोसिटी फाइंड करनी हुंदी है v2, तो फिर उदों इक्वेशन ऑफ मोशन ला दांगे v2 स्क्वायर माइनस सॉरी फाइनल वेलोसिटी कितनी है दी, 0 है ना डब्बे दी, 0 दा स्क्वायर माइनस की है v2 दा स्क्वायर इज इक्वल टू 2, a कितनी है अपने कोले माइनस ऑफ म्यू kg। अच्छा डिस्टेंस कितना ट्रैवल करता है d, तो माइनस ना माइनस कैंसिल, है तो मतलब v2 इज इक्वल टू कितना आ गया, 2 म्यू के जी इनटू डी। आ देखो आप पेपर। अच्छा जो ਤੁਹਾਡੇ ਕੋਲੇ v2 ਆ ਗਈ, फाइंड की करनी सी ਅਸੀਂ u1, ਉਸ ਤੋਂ ਬਾਅਦ ਕੀ ਲਗਾ ਦਿਓ, लॉ ऑफ कंजर्वेशन ऑफ मोमेंटम, m u1 0 इज इक्वल टू क्या होगा, m v1 प्लस m v2 होगा ना, v2 ਦੀ ਵੈਲਿਊ ਇੱਥੇ ਪੁੱਟ ਕਰ ਦਿਓ ਕਿੰਨੀ ਹੈ, रूट ਦੇ ਵਿੱਚ 2 म्यू के जी इनटू डी। बस इथों तुसी की फाइंड कर लेना फिर। हमेशा बच्चे गल ध्यान रखो, कोशिश करो कि आफ्टर कोलिजन तुसी वेलोसिटीज कैलकुलेट कर लो किसी तरीके दे नाल, बस फिर तो सीधा लॉ ऑफ कंजर्वेशन ऑफ मोमेंटम तुसी लगाना है, जिहदे नाल जेहड़ा क्वेश्चन है बहुत ज्यादा सिंपल हो जाएगा। एक चीज होर देखो, जेहड़ा पेंडुलम सीगा ओहदे विच असीं जेहड़ी v2 फाइंड कीती सी ओह कितनी आई सी, ओह आई सी 2g, ठीक है, l 1 माइनस cos थीटा, ਜਿਹੜੀ ਤੁਸੀਂ याद करनी है। अच्छा जो ਤੁਹਾਡੇ ਕੋਲ फ्रिक्शन वाला सरफेस है फिर v2 ਦਾ ਫਾਰਮੂਲਾ ਕੀ ਹੈ, ਫਿਰ ਹੈਗਾ 2 म्यू के g इनटू d, फिर आवर रूट ਚ आऊगा बच्चे, क्योंकि इधर v2 ਦਾ स्क्वायर है, ਇੱਥੇ v2 ਦਾ स्क्वायर ਸੀਗਾ, ਉਹ स्क्वायर हटावांगे इधर की आ जाऊगा, रूट आ जाऊगा। क्लियर है बच्चे? यस सर। यस सर।
ਤਾਂ ਮੈਂ ਤੁਹਾਨੂੰ ਨਾ ਐਗਜ਼ਾਮਪਲਸ ਆਲਰੇਡੀ ਭੇਜ ਚੁੱਕਿਆ ਹੈਗਾ। ਦੇਖੋ ਮੈਂ ਕਰਵਾ ਦੂੰਗਾ, ਕੋਈ ਦਿੱਕਤ ਨਹੀਂ ਹੈਗੀ ਹਨਾ, ਬਟ ਉਹੀ ਗੱਲ ਆ ਜਾਂਦੀ ਹੈ ਵੀ ਜਿੰਨਾ ਚਿਰ ਤੁਸੀਂ ਖੁਦ ਨਹੀਂ ਕੰਮ ਕਰੋਗੇ ਉਹਨਾਂ ਚਿਰ ਕੁਝ ਨਹੀਂ ਹੋ ਸਕਦਾ। ਮੈਂ ਤੁਹਾਨੂੰ ਕੱਲਾ ਜਿਵੇਂ ਜਿਵੇਂ ਆ ਮੈਂ ਸਟੈਪ ਕੀਤੇ ਹੋਏ ਨੇ, ਮੇਰੀ ਲਿਖੇ ਹੋਏ ਨੇ, ਉਹ ਮੈਂ ਤੁਹਾਨੂੰ ਤਕਰੀਬਨ ਕੱਲ ਸਾਰੀਆਂ ਫੋਟੋਜ਼ ਉਹਦੀਆਂ ਭੇਜੀਆਂ ਨੇ, ਠੀਕ ਹੈ। ਐਗਜ਼ਾਮਪਲਸ ਦੀਆਂ ਨਾ ਉਹਦੇ ਵਿੱਚ ਨਾ ਉਹ ਨਹੀਂ ਲਿਖੇ ਹੋਏ, ਸਟੇਟਮੈਂਟਸ ਲਿਖੀ ਹੋਈਆਂ, ਬਟ ਡਾਇਗਰਾਮ ਦੇ ਵਿੱਚ ਮੈਂ ਤਕਰੀਬਨ ਸਾਰਾ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਹੈ ਵੀ ਕਿਹੜੀ ਚੀਜ਼ ਗਿਵਨ ਹੈ, ਕਿਹੜੀ ਚੀਜ਼ ਨਹੀਂ ਗਿਵਨ ਹੈਗੀ, ਠੀਕ ਹੈ। ਕੰਸੈਪਟ ਮੈਂ ਤੁਹਾਨੂੰ ਦੁਬਾਰਾ ਦੱਸਦੇ, ਤਾਂ ਤੁਸੀਂ ਅੱਜ ਹੁਣੀ ਬੈਠ ਕੇ, ਠੀਕ ਹੈ, ਆਪਣਾ ਲੈਕਚਰ ਵੈਸੇ 8:30 ਵਜੇ ਤੱਕ ਦਾ ਹੁੰਦਾ ਹੈਗਾ, ਤਾਂ ਤੁਸੀਂ ਹੁਣੀ ਬੈਠ ਕੇ ਉਹ ਕੀ ਹੈ ਨੂਮੈਰੀਕਲਸ ਕੀ ਹੈ ਕੰਪਲੀਟ ਕਰਨੇ, ਠੀਕ ਹੈ ਜੀ। ਉਹਦੇ ਨਾਲ ਤੁਹਾਨੂੰ ਹੋਰ ਕੋਈ ਰੈਲੇਵੈਂਟ ਨੂਮੈਰੀਕਲ ਬੁੱਕਸ ਦੇ ਵਿੱਚੋਂ ਮਿਲਦੇ ਆ ਤਾਂ ਤੁਸੀਂ ਉਹ ਵੀ ਫਾਈਂਡ ਕਰੋ, ਠੀਕ ਹੈ। ਅਗਰ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਮੈਨੂੰ ਕੀ ਮੈਸੇਜ ਕਰ ਦਿਓ, ਠੀਕ ਹੈ। ਕਿਉਂਕਿ ਜੇ ਮੈਂ ਕਰਵਾਤੇ ਫਿਰ ਤੁਸੀਂ ਬੈਠੇ ਸੁਣੀ ਜਾਓਗੇ। ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰੋ, ਤੁਸੀਂ ਖੁਦ ਨੂੰ ਅਪਲਾਈ ਕਰੋ, ਕੱਲ ਟੈਸਟ ਵੀ ਆਪਣਾ, ਠੀਕ ਹੈ। ਪੂਰੀ ਅੱਛੇ ਤਰੀਕੇ ਦੀ ਆਪਣੀ ਰਿਵੀਜ਼ਨ ਕਰੋ, ਠੀਕ ਹੈ। ਮੈਂ ਤੁਹਾਨੂੰ ਕਿਹਾ ਸੀ ਕਿ ਡਾਊਟ ਵਗੈਰਾ ਜੇ ਤੁਹਾਡੇ ਹੈਗੇ ਨੇ ਚਲੋ ਸੈਂਡ ਕਰ ਦਿਓ, ਨਹੀਂ ਹੈਗੇ ਚਲੋ ਉਹ ਵੀ ਗੱਲ ਵਧੀਆ ਹੈਗੀ, ਠੀਕ ਹੈ। ਉਹ ਫਿਰ ਆਪਾਂ ਨੂੰ ਟੈਸਟ ਤੋਂ ਬਾਅਦ ਹੀ ਰਿਪੋਰਟ ਪਤਾ ਲੱਗੂਗੀ ਵੀ ਅਸੀਂ ਕਿੰਨਾ ਕੁ ਸਿੱਖ ਰਹੇ ਹੈਗੇ ਤੇ ਸਾਨੂੰ ਹੋਰ ਕਿੰਨੀ ਕੁ ਮਿਹਨਤ ਕਰਨ ਦੀ ਲੋੜ ਹੈ, ਠੀਕ ਹੈ ਜੀ। ਤਾਂ ਕੱਲ ਦਾ ਜਿਹੜਾ ਟੈਸਟ ਹੈ ਜੀ ਉਹ ਮੈਂ ਦੁਬਾਰਾ ਅਨਾਉਂਸ ਕਰ ਦੇਣਾ। ਕੱਲ ਨੂੰ ਟੈਸਟ ਤੁਹਾਡਾ 12:15 ਵਜੇ ਹੋਊਗਾ, 12:15 PM, ਠੀਕ ਹੈ। ਸਾਰਿਆਂ ਨੂੰ ਆਲ ਦੀ ਬੈਸਟ, ਠੀਕ ਹੈ। ਧਿਆਨ ਨਾਲ ਆਪਣਾ ਕੀ ਹੈ ਟੈਸਟ ਕਰਨਾ। ਹਾਂ ਕੱਲ ਵਾਲਾ ਡਾਊਟ, ਅੱਛਾ ਹਾਂ ਠੀਕ ਹੈ। ਇੱਕ ਦੋ ਸ਼ੁਕਰਮਨ ਨੇ ਡਾਊਟ ਪੁੱਛੇ ਸੀ, ਇੱਕ ਦੋ ਮੈਂ ਕਲੀਅਰ ਕਰ ਦਿੰਦਾ। ਮੈਂ ਦੇਖਣਾ ਕਿਹੜੇ ਕਿਹੜੇ ਡਾਊਟ ਸੀਗੇ। ਬੱਚੇ ਜਿਹੜੇ ਦੇਖੋ ਆ ਤੁਹਾਨੂੰ ਮੈਂ ਦੱਸੇ ਸੀ ਨਾ, ਜਦੋਂ ਪਾਵਰ ਕਾਂਸਟੈਂਟ ਹੁੰਦੀ ਹੈ, ਫॉर ਪਾਵਰ ਕਾਂਸਟੈਂਟ, ਜਦੋਂ ਪਾਵਰ ਤੁਹਾਨੂੰ ਕਾਂਸਟੈਂਟ ਗਿਵਨ ਹੈ, ਠੀਕ ਹੈ, ਤਾਂ ਜਿਹੜੇ ਦੇ ਰਿਲੇਸ਼ਨ ਲਿਖਾਏ ਸੀ x is directly proportional to t ਦੀ ਪਾਵਰ 3/2 ਤੇ ਐਕਸਲਰੇਸ਼ਨ is t ਦੀ ਪਾਵਰ -1/2, ਵੈਲੋਸਿਟੀ t ਦੀ ਪਾਵਰ 1/2। ਇਹ ਤਾਂ ਬੱਚੇ ਤੁਹਾਨੂੰ ਯਾਦ ਹੀ ਕਰਨੇ ਪੈਣੇ। ਜੇ ਯਾਦ ਨਹੀਂ ਕਰੋਗੇ, ਇਹਨੂੰ ਪ੍ਰੂਫ ਕਰੋਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਟਾਈਮ ਲੱਗੂਗਾ, ਠੀਕ ਹੈ। ਤਾਂ ਮੈਂ ਤੁਹਾਨੂੰ ਕਹੂੰਗਾ ਵੀ ਇਹ ਛੋਟਾ ਜਿਹਾ ਰਿਲੇਸ਼ਨ ਹੈ, ਤੁਸੀਂ ਯਾਦ ਹੀ ਕਰੋ, ਠੀਕ ਹੈ। ਮੈਂ ਤੁਹਾਨੂੰ ਇਹ ਵੀ ਪੜਾਉਣਾ ਸਿਖਾਤਾ ਸੀ ਵੀ x ਤੋਂ ਵੈਲੋਸਿਟੀ ਕਿਵੇਂ ਬਣਾਉਣੀ ਹੈ, ਸਾਨੂੰ ਡੈਰੀਵੇਟਿਵ ਕਰਨਾ ਆਉਂਦਾ ਹੈ। x is directly proportional to t ਦੀ ਪਾਵਰ 3/2 ਹੈ, ਡੈਰੀਵੇਟਿਵ ਕਰ ਦੋ ਇਹਦਾ dx/dt, ਤਾਂ 3/2 ਪਾਵਰ ਅੱਗੇ ਆ ਜਾਊਗੀ, t ਦੀ ਪਾਵਰ 3/2 ਦੇ ਵਿੱਚੋਂ 1 ਮਾਈਨਸ ਕਰੋਗੇ ਕਿੰਨਾ ਆਊਗਾ, that is 1/2। ਆ ਕੀ ਬਣ ਗਈ ਵੈਲੋਸਿਟੀ। ਇਹ ਵੈਲੋਸਿਟੀ ਟਾਈਮ ਤੇ ਕਿਵੇਂ ਡਿਪੈਂਡ ਕਰਦੀ ਹੈ, ਵੈਲੋਸਿਟੀ is directly proportional to t ਦੀ ਪਾਵਰ 1/2। ਸਿਮਿਲਰਲੀ ਅਗਰ ਤੁਸੀਂ ਐਕਸਲਰੇਸ਼ਨ ਬਣਾਉਣੀ ਹੈ ਤਾਂ ਫਿਰ ਵੈਲੋਸਿਟੀ ਦਾ ਦੁਬਾਰਾ ਫਿਰ ਤੋਂ ਡੈਰੀਵੇਟਿਵ ਕਰ ਦੋ। ਤਾਂ ਸ਼ੁਕਰਮਨ ਜੀ ਇਹ ਮੈਂ ਕਹੂੰਗਾ ਵੀ ਤੁਸੀਂ ਇਹਨੂੰ ਯਾਦ ਹੀ ਕਰ ਲਓ, ਠੀਕ ਹੈ। ਮਤਲਬ ਕੰਪੀਟੀਟਿਵ ਐਗਜ਼ਾਮ ਦੇ ਵਿੱਚ 4 ਨੰਬਰ ਦਾ ਕੁਐਸਚਨ ਡਾਇਰੈਕਟ ਆਉਂਦਾ, ਜਿਹਨੂੰ ਡਾਇਰੈਕਟ ਯਾਦ ਹੈ ਉਹਦਾ ਕੀ ਹੈ 4 ਨੰਬਰ ਪੱਕੇ ਨੇ, ਠੀਕ ਹੈ, ਅਦਰਵਾਈਜ਼ ਸਾਨੂੰ ਦਿੱਕਤ ਆਊਗੀ। ਅੱਛਾ ਇਸ ਤੋਂ ਬਾਅਦ ਇਹਨੇ ਪੁੱਛਿਆ ਸੀਗਾ ਜੀ, ਇਹਦੇ ਨਾਲ ਦੀ ਕੁਐਸਚਨ ਸੀਗਾ ਤਾਂ ਅੱਛਾ ਰੇਟ ਆਫ ਫਲੋ ਵਾਲੇ ਗੱਲ ਕਰ ਰਿਹਾ ਸੀਗਾ ਇਹ ਵੀ ਸਰ ਰੇਟ ਆਫ ਫਲੋ ਵਾਲੇ ਸਮਝਾ ਦਿਓ, ਮੈਂ ਦੱਸ ਦਿੰਦਾ। ਜਿਹੜੇ ਬੱਚੇ ਅਸੀਂ ਇੰਜਨ ਪੰਪ ਵਾਲੇ ਕੁਐਸਚਨ ਕੀਤੇ ਸੀਗੇ, ਇੰਜਨ ਪੰਪ, ਜਿਹੜਾ ਰੇਟ ਆਫ ਫਲੋ ਹੁੰਦਾ ਹੈ, ਰੇਟ ਆਫ ਫਲੋ, ਉਹ ਮੈਂ ਤੁਹਾਨੂੰ ਦੱਸਿਆ ਸੀ ਕੀ ਹੁੰਦਾ ਹੈ, ਏਰੀਆ ਇਨਟੂ ਵੈਲੋਸਿਟੀ। ਇਕੁਏਸ਼ਨ ਆਫ ਕੰਟੀਨਿਊਟੀ ਹੈ ਜਿਹੜੀ 7 ਚੈਪਟਰ ਚ ਪੜਾਂਗੇ, ਇਹ ਤੁਹਾਨੂੰ ਮੈਂ ਕਿਹਾ ਸੀ ਵੀ ਇੱਕ ਵਾਰੀ ਧਿਆਨ ਚ ਰੱਖ ਲਓ। ਇਹ ਕੀ ਹੈ, ਇਹ ਹੈਗਾ ਏਰੀਆ ਆਫ ਕ੍ਰਾਸ ਸੈਕਸ਼ਨ ਆਫ ਪਾਈਪ, ਜਿਹੜੀ ਪਾਈਪ ਚੋਂ ਪਾਣੀ ਜਾਂਦਾ ਤੇ ਜਿਹੜੀ ਪਾਈਪ ਚੋਂ ਵਾਟਰ ਜਾਂਦਾ ਹੈ। ਜਿਹੜੀ v ਹੈ, v ਹੁੰਦੀ ਜੀ ਵੈਲੋਸਿਟੀ, ਜਦ ਕਹਿ ਦੋ ਸਪੀਡ, ਇਸੇ ਗੱਲਾਂ ਮੈਗਨੀਟਿਊਡ ਦੇਖਦੇ ਹਾਂ, ਠੀਕ ਹੈ ਜੀ। ਅੱਛਾ ਹੁਣ ਸਾਡੇ ਕੋਲ ਨਾ ਕੁਐਸਚਨ ਇਹ ਸੀਗੇ ਕਿ ਅਸੀਂ ਕੀ ਹੈ ਟੈਂਕੀ ਦੇ ਵਿੱਚ ਜਿਹੜੀ ਸਾਡੇ ਕੋਲੇ ਵਾਟਰ ਟੈਂਕ ਹੈ ਉਹਦੇ ਵਿੱਚ ਅਸੀਂ ਪਾਣੀ ਕੀ ਹੈ ਚਾਹੁੰਦੇ ਆ ਵੀ ਜ਼ਿਆਦਾ ਤੇਜ਼ੀ ਦੇ ਨਾਲ ਅਸੀਂ ਕੀ ਆ ਜਿਹੜਾ ਸਾਡਾ ਟੈਂਕ ਹੈ ਵਾਟਰ ਟੈਂਕ ਹੈ ਉਹਨੂੰ ਅਸੀਂ ਫਿਲ ਕਰ ਸਕੀਏ। ਉਹਦੇ ਵਿੱਚ ਸਾਡੇ ਕੋਲੇ ਦੋ ਤਰੀਕੇ ਨੇ, ਜਾਂ ਤਾਂ ਅਸੀਂ ਕੀ ਹੈ ਮਤਲਬ ਮੋਟਰ ਚੇਂਜ ਕਰ ਦਈਏ। ਦੇਖੋ ਪਾਣੀ ਟੈਂਕ ਦੇ ਵਿੱਚ ਭਰਾਉਣ ਦਾ ਕੰਮ ਕਿਹਦਾ, ਮੋਟਰ ਦਾ, ਠੀਕ ਹੈ। ਜਾਂ ਤਾਂ ਅਸੀਂ ਮੋਟਰ ਨਵੀਂ ਲਿਆ ਕੇ ਲਾ ਦਈਏ, ਮਤਲਬ ਜ਼ਿਆਦਾ ਪਾਵਰ ਦੀ ਮੋਟਰ ਲਿਆ ਕੇ ਲਾ ਦਈਏ। ਜਾਂ ਸਾਡੇ ਕੋਲੇ ਇਹ ਤਰੀਕਾ ਜੇ ਅਸੀਂ ਮੋਟਰ ਚੇਂਜ ਨਹੀਂ ਕਰਨਾ ਚਾਹੁੰਦੇ ਤਾਂ
ਸਾਡੇ ਕੋਲ ਜਿਹੜੀਆਂ ਪਾਈਪਸ ਲੱਗੀਆਂ ਹੋਈਆਂ ਨੇ, ਮਤਲਬ ਮੋਟਰ ਤੋਂ ਲੈ ਕੇ ਜਿਹੜੀ ਟੈਂਕ ਤੱਕ ਜਿਹੜੀ ਪਾਈਪ ਲੱਗੀ ਹੋਈ ਹੈ, ਉਹਨਾਂ ਪਾਈਪਸ ਦਾ ਅਸੀਂ ਏਰੀਆ ਆਫ ਕ੍ਰਾਸ ਸੈਕਸ਼ਨ ਵਧਾ ਦਿਆਂ। ਕਿਉਂਕਿ ਬੱਚੇ ਜਿਹੜਾ ਰੇਟ ਆਫ ਫਲੋ ਹੈ ਉਹ ਏਰੀਆ ਦੇ ਵੈਲੋਸਿਟੀ ਦੇ ਡਾਇਰੈਕਟਲੀ ਹੈ। ਦੇਖੋ ਜੇ ਮੰਨ ਲਓ ਕੋਈ ਇਹੋ ਜਿਹੀ ਪਾਈਪ ਹੈ, ਬੱਚੇ ਲਿੰਕ ਨਾ ਮੈਂ ਦੁਬਾਰਾ ਸੈਂਡ ਕਰਦਾ, ਠੀਕ ਹੈ, ਆਪਣੇ ਕੋਲ ਟਾਈਮ ਘੱਟ ਹੈ।